ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਆਪ ਜਾਣਦੇ ਹੋ ਕਿ ਕਲਗੀਧਰ ਪਾਤਸ਼ਾਹ ਦੇ ਸਿਖਰਲੇ 52 ਵਚਨ ਲੜੀਵਾਰ ਆਪ ਸਭ ਦੇ ਸਨਮੁਖ ਕੀਤੇ ਜਾ ਰਹੇ ਨੇ ਤੇ ਹਰ ਰੋਜ਼ ਲੜੀਵਾਰ ਇੱਕ ਇੱਕ ਬਚਨ ਆਪ ਸਭ ਨਾਲ ਸਾਂਝਾ ਕਰਦੇ ਹਾਂ। ਹੁਣ ਆਪਾਂ 46ਵੇਂ ਬਚਨ ਤੇ ਪਹੁੰਚੇ ਹਾਂ। ਕਲਗੀਧਰ ਪਾਤਸ਼ਾਹ ਦਾ ਸਿਖਰਲੇ 52 ਬਚਨਾਂ ਵਿੱਚੋਂ 46ਵਾਂ ਬਚਨ ਹੈ, ਸਵਾਂਗੀ ਅਥਵਾ ਦਿਖਾਵੇ ਦਾ ਸਿੱਖ ਨਹੀਂ ਬਣਨਾ। ਸਿੱਖ ਨੇ ਸਿਰਫ ਬਾਰੋਂ ਸਵਾਂਗ ਰਚਨ ਵਾਂਗ ਸਿੱਖ ਨਹੀਂ ਬਣਨਾ, ਦਿਖਾਵੇ ਦਾ, ਭੇਖ ਦਾ, ਪਹਿਰਾਵੇ ਦਾ ਸਿੱਖ ਨਹੀਂ ਬਣਨਾ। ਇਹ ਬਚਨ ਹੈ ਸਤਿਗੁਰ ਦਾ, ਇਹ ਹੁਕਮ ਹੈ ਸਤਿਗੁਰ ਦਾ। ਔਰ ਇਸ ਗੱਲ ਨੂੰ ਸਮਝਣ ਲਈ ਆਪਾਂ ਥੋੜ੍ਹਾ ਜਿਹਾ ਸਿੱਖੀ ਦੀ ਸ਼ੁਰੂਆਤ ਸਮਝ ਲਈਏ ਕਿੱਦਾਂ ਹੋਈ। ਸਾਨੂੰ ਫਿਰ ਪਹਿਰਾਵੇ ਬਾਰੇ ਵੀ, ਬਾਣੇ ਬਾਰੇ ਵੀ ਗੱਲ ਸਮਝ ਆ ਜਾਵੇਗੀ। ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਨਾ, ਤਾਂ ਉਹਨਾਂ ਨੇ ਸਿਰਫ 3 ਅਸੂਲ ਦਿੱਤੇ ਕਿ ਸਿੱਖ ਨੇ ਕੀ ਕਰਨਾ ਹੈ, ਨਾਮ ਜਪਣਾ ਹੈ, ਕਿਰਤ ਕਰਨੀ ਹੈ ਤੇ ਵੰਡ ਛਕਣਾ। ਬਹੁਤ ਵੱਡੀ ਕੋਈ ਰਹਿਤ ਮਰਿਆਦਾ ਨਹੀਂ ਸੀ ਹੁੰਦੀ ਗੁਰੂ ਨਾਨਕ ਸਾਹਿਬ ਦੀ। ਜਿੱਥੇ ਜਾਂਦੇ ਬਸ ਇਹੀ ਉਪਦੇਸ਼ ਕਰਦੇ ਕਿ ਭਾਈ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਔਰ ਇਹ ਜਿਹੜੇ 3 ਅਸੂਲ ਸਨ, ਐਡੇ ਸੁਨਹਿਰੇ ਅਸੂਲ ਸਨ ਇਹ, ਕਿ ਇਹਦੇ ਵਿੱਚ ਸਮੇਂ ਤੇ ਸਰਮਾਏ ਦਾ ਸਾਰਾ ਦੋਵਾਂ ਦਾ ਦਸ਼ਵੰਧ ਲੱਗ ਜਾਂਦਾ ਸੀ ਲੇਖੇ ਇਹਨਾਂ 3 ਗੱਲਾਂ ਨਾਲ। ਥੋੜਾ ਸਮਝਿਓ। ਨਾਮ ਜਪਣਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੁਰਿਆ ਫਿਰਦਿਆਂ 24 ਘੰਟੇ ਉੱਠਤ ਬੈਠ ਸੋਵਤ ਚਾਲਤ ਵਾਹਿਗੁਰੂ ਵਾਹਿਗੁਰੂ ਤੁਹਾਡੇ ਅੰਦਰੋਂ ਨਿਕਲਦਾ ਰਹਿਣਾ ਚਾਹੀਦਾ। ਗੁਰੂ ਦੀ ਯਾਦ ਬਣੀ ਰਹਿਣੀ ਚਾਹੀਦੀ ਆ। ਪਰ ਫਿਰ ਵੀ ਬਣੀ ਰਵੇ ਯਾਦ ਇਸ ਗੱਲ ਦੇ ਲਈ, ਉਸ ਅਭਿਆਸ ਦੇ ਲਈ ਘੱਟੋ ਘੱਟ ਦਿਹਾੜੀ ਦੇ ਵਿੱਚ 24 ਘੰਟਿਆਂ 'ਚੋਂ 2.5 ਘੰਟੇ ਸਿੱਖ ਨੇ ਬੈਠ ਕੇ ਟਿਕ ਕੇ ਗੁਰੂ ਦੇ ਨਾਂ 'ਤੇ ਬੈਠਣਾ, ਜਾਪ ਕਰਨਾ ਹੈ। ਇੱਕ ਵਾਰੀ 2.5 ਘੰਟੇ ਨਹੀਂ ਬੈਠ ਸਕਦਾ, ਇੱਕ ਵਾਰੀ ਸਵੇਰੇ ਬੈਠ ਜਾਏ, ਕਦੀ ਸ਼ਾਮੀ ਬੈਠ ਜਾਏ, ਜੇ ਨਹੀਂ ਤਾਂ ਕਦੇ ਹੋਰ ਟਾਈਮ ਵੀ 3 ਵਾਰੀ ਕਰਕੇ ਵੀ ਬੈਠ ਸਕੇ। 3 ਵਾਰੀ ਬੈਠਣ ਦਾ ਤਾਂ ਹੈ ਨਾ ਆਪਣੇ ਕੋਲ, ਮਰਿਆਦਾ ਵੀ ਹੈ। ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਜੁੜ ਕੇ, ਸ਼ਾਮ ਨੂੰ ਸੋਧਰ ਰਹਿਰਾਸ ਦੇ ਪਾਠ ਦੇ ਨਾਲ ਜੁੜ ਕੇ, ਤੇ ਰਾਤ ਨੂੰ ਸੌਣ ਲੱਗਾ ਫਿਰ ਸੋਹਲੇ ਦੇ ਪਾਠ ਨਾਲ ਜੁੜ ਕੇ। ਪਰ 2.5 ਘੰਟੇ ਕੱਢਣੇ ਨੇ, ਟਿਕ ਕੇ ਕੱਢਣੇ ਨੇ। ਇਹ ਹੋ ਗਿਆ ਸਮੇਂ ਦਾ ਦਸ਼ਵੰਧ। 24 ਘੰਟੇ 'ਚੋਂ 2.5 ਘੰਟੇ। ਤੇ ਫਿਰ ਕਿਰਤ ਵਿਰਤ ਕਰਨੀ ਸੰਸਾਰ ਦੀ, ਸਤਿਗੁਰ ਨੇ ਆਖਿਆ, ਤੇ ਕਿਰਤ ਕਰਨੀ ਹੈ ਸੱਚੀ, ਧਰਮ ਦੀ ਕਿਰਤ ਕਰਨੀ ਹੈ। ਕਿਰਤ ਧਰਮ ਦੀ ਕਰਨੀ ਹੈ, ਕਿਰਤ 10 ਨੌਂ ਦੀ ਕਰਨੀ ਹੈ। ਧਰਮ ਦੀ ਕਿਰਤ ਵਿਰਤ ਕਰਦਿਆਂ ਜੋ ਮੁਨਾਫਾ ਕਮਾਣਾ ਹੈ, ਜੋ ਮੁਨਾਫਾ ਕਮਾ ਲਿਆ ਹੈ, ਜੋ ਚੋਂ ਮੁਨਾਫਾ ਹੋਇਆ ਹੈ, ਉਸ ਮੁਨਾਫੇ ਦਾ 10ਵਾਂ ਹਿੱਸਾ ਲੋੜਵੰਦਾਂ ਨੂੰ, ਗੁਰਮਤਿ ਦੇ ਪ੍ਰਚਾਰ ਨੂੰ, ਉਹਦੇ ਲਈ ਖਰਚ ਦੇਣਾ। ਹੋ ਗਿਆ ਵੰਡ ਛਕਣਾ। ਸੋ ਅਸੂਲ ਕਿਹੜੇ ਹੋਏ? ਔਰ ਪਹਿਲਾ ਅਸੂਲ ਹੋ ਗਿਆ ਨਾਮ ਜਪਣਾ, ਸਮੇਂ ਦਾ ਦਸ਼ਵੰਧ ਨਿਕਲ ਗਿਆ। ਦੂਜਾ ਕਿਰਤ ਕਰਨੀ ਹੈ। ਕਿਰਤ ਕਿਉਂਕਿ ਆਪਣੇ ਲਈ ਕਰਨੀ ਹੈ, ਪਰ ਉਹਦਾ 10ਵਾਂ ਹਿੱਸਾ ਜਿਹੜਾ ਮੁਨਾਫਾ ਆਉਣਾ ਹੈ, ਉਹ ਤੁਸੀਂ ਲੋੜਵੰਦਾਂ ਲਈ ਖਰਚ ਦੇਣਾ ਹੈ, ਗੁਰਮਤਿ ਦੇ ਪ੍ਰਚਾਰ ਲਈ ਖਰਚ ਦੇਣਾ ਹੈ, ਸੱਚ ਧਰਮ ਲਈ ਖਰਚ ਦੇਣਾ ਹੈ। ਉਹ ਹੋ ਗਿਆ ਸਰਮਾਏ ਦਾ ਦਸ਼ਵੰਧ। ਸੋ 3 ਅਸੂਲ ਇਹੋ ਜਿਹੇ ਦਿੱਤੇ ਜਿਹਦੇ ਨਾਲ ਸਮੇਂ ਦਾ ਵੀ ਦਸ਼ਵੰਧ ਨਿਕਲਦਾ ਹੈ, ਸਰਮਾਏ ਦਾ ਵੀ ਦਸ਼ਵੰਧ ਨਿਕਲਦਾ ਹੈ। ਤੇ ਸਤਿਗੁਰ ਨੇ ਐਲਾਨ ਕੀਤਾ ਕਿ ਜਿਹੜਾ ਇੱਦਾਂ ਆਪਣੇ ਸਮੇਂ ਤੇ ਸਰਮਾਏ ਦਾ ਦਸ਼ਵੰਧ ਕੱਢੇਗਾ, ਮੈਂ ਗਵਾਹੀ ਦਿੰਦਾ ਉਹ ਜੀਵਨ ਮੁਕਤ ਹੋਏਗਾ। ਕਿਤੇ ਕਰਕੇ ਦੇਖ ਲਿਓ ਗੁਰੂ ਨਾਨਕ ਸਾਹਿਬ ਦੇ ਇਸ ਉਪਦੇਸ਼ ਨਾਲ ਜੁੜ ਕੇ। ਜਿਹੜੇ ਇੱਦਾਂ ਕਰਦੇ ਨੇ, ਸਮੇਂ ਦਾ ਦਸ਼ਵੰਧ ਕਰਦੇ ਨੇ, ਸਰਮਾਏ ਦਾ ਦਸ਼ਵੰਧ ਕਰਦੇ ਨੇ, ਜੀਵਨ ਮੁਕਤ ਹੁੰਦੇ ਨੇ। ਉਹ ਹਰ ਤਰ੍ਹਾਂ ਦੇ ਖਲਜਗਨ ਤੋਂ ਉੱਪਰ। ਕਿਤੇ ਕਰਕੇ ਦੇਖਿਓ। ਪਰ ਇਸ ਰਸਤੇ 'ਤੇ ਚਲਦਿਆਂ ਜਦੋਂ ਗੁਰਸਿੱਖਾਂ ਦਾ ਕਾਫਲਾ ਬਣ ਗਿਆ, ਇੱਕ ਜੋੜ ਜੁੜਦਾ ਗਿਆ, ਉਹਨਾਂ ਦਾ ਬੈਠਣਾ ਉੱਠਣਾ ਜਿੱਦਾਂ ਦਾ ਹੁੰਦਾ ਗਿਆ, ਉਹ ਫਿਰ ਜਿੱਦਾਂ ਜਿਹਦੇ ਹੁਣ ਤੁਹਾਡੀ ਜੀਵਨ ਵਧੀਆ ਹੈ, ਜਿਹੋ ਜਿਹਾ ਤੁਹਾਡਾ ਜੀਵਨ ਹੈ ਉਹੋ ਜਿਹੀ ਤੁਹਾਡੀ ਚਾਲ ਹੋ ਜਾਣੀ, ਉਹੋ ਜਿਹਾ ਤੁਰਨਾ ਫਿਰਨਾ ਹੋ ਜਾਣਾ, ਉਹੋ ਜਿਹਾ ਤੁਹਾਡਾ ਬੈਠਣਾ ਹੋ ਜਾਣਾ, ਉਹੋ ਜਿਹੀ ਤੁਹਾਡੀ ਸੰਗਤ ਹੋ ਜਾਣੀ, ਉਹੋ ਜਿਹਾ ਤੁਹਾਡਾ ਸਾਥ ਹੋ ਜਾਣਾ। ਤੋ ਜਦੋਂ ਇੱਕ ਤਾਂ ਸਾਥ ਜੁੜਦਿਆਂ ਇੱਕ ਪੂਰਾ ਆਲੇ ਦੁਆਲੇ ਦਾ, ਯਾਨੀ ਕਿ ਤੁਹਾਡਾ ਇੱਕ ਪੂਰਾ ਕਾਫਲਾ ਬਣ ਗਿਆ, ਇੱਕ ਸਮਾਜ ਬਣ ਗਿਆ। ਉਹ ਸਮਾਜ ਦਾ ਉੱਠਣਾ ਬੈਠਣਾ ਜਿਹੋ ਜਿਹਾ ਸੀ, ਜਿਹੋ ਜਿਹਾ ਉਹਦਾ ਸੀ, ਉਹ ਜਿਵੇਂ ਦੇ ਕੱਪੜੇ, ਜਿਵੇਂ ਦਾ ਉਹਦਾ ਪਹਿਰਾਵਾ ਹੋ ਗਿਆ, ਜਿਵੇਂ ਦਾ ਉਹਨਾਂ ਦਾ ਬੋਲਣਾ ਹੋ ਗਿਆ, ਉਹ ਹੌਲੀ ਹੌਲੀ ਉਹ ਰਹਿਤ ਬੰਦਗੀ ਬਾਰੀ। ਔਰ
ਜਿੱਦਾਂ ਜਿੱਦਾਂ ਰਹਿਤ ਬਣਦੀ ਗਈ, ਜਿੱਦਾਂ ਜਿੱਦਾਂ ਪਹਿਰਾਵਾ ਬਣਦਾ ਗਿਆ, ਉੱਦਾਂ ਉੱਦਾਂ ਸਤਿਗੁਰੂ ਨੇ ਉਹੋ ਜਿਹੀਆਂ ਹਦਾਇਤਾਂ ਨਾਲ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਰ ਅੰਦਰ ਜੀਵਨ ਪਹਿਲਾਂ ਬਣਿਆ ਤੇ ਕਲਗੀਧਰ ਪਾਤਸ਼ਾਹ ਤੱਕ ਪਹੁੰਚਦਿਆਂ ਦਸਾਂ ਗੁਰੂਆਂ ਦੀ ਘਾਲਣਾ ਦੇ ਨਾਲ ਸਿੱਖਾਂ ਦਾ ਇੱਕ ਵੱਖਰੇ ਤਰ੍ਹਾਂ ਦਾ ਪਹਿਰਾਵਾ, ਵੱਖਰੇ ਤਰ੍ਹਾਂ ਦਾ ਸਤਸੰਗ, ਵੱਖਰੇ ਤਰ੍ਹਾਂ ਦਾ ਉੱਠਣਾ ਬੈਠਣਾ, ਵੱਖਰੇ ਤਰ੍ਹਾਂ ਦਾ ਸਮਾਜ, ਵੱਖਰੇ ਤਰ੍ਹਾਂ ਦੀ ਚਾਲ ਢਾਲ, ਵੱਖਰੇ ਤਰ੍ਹਾਂ ਦਾ ਜੀਵਨ ਉਹ ਸਿਰਜਿਆ ਗਿਆ। ਉਸ ਜੀਵਨ ਜਿਹੋ ਜਿਹਾ ਸਿਰਜਿਆ ਗਿਆ, ਉਹਨੂੰ ਹੁਣ ਅੰਦਰ ਜਾਣੀ ਕਿ ਜਦੋਂ ਜੀਵਨ ਸਿਰਜਿਆ ਗਿਆ, ਇੱਕ ਸਰਮਾਇਆ ਇਕੱਠਾ ਹੋ ਗਿਆ। ਉਸ ਸਰਮਾਏ ਦੀ ਹੁਣ ਰਾਖੀ ਵੀ ਕਰਨੀ ਚਾਹੀਦੀ। ਉਹ ਸਰਮਾਏ ਦੀ ਰਾਖੀ ਦੇ ਲਈ ਸਤਿਗੁਰੂ ਨੇ ਉਹਦੇ ਆਲੇ ਦੁਆਲੇ ਕੰਧ ਕਰ ਦਿੱਤੀ, ਜਿੱਦਾਂ ਖੇਤ ਨੂੰ ਆਪਾਂ ਵਾੜ ਕਰਦੇ ਹਾਂ। ਜਿੱਦਾਂ ਖੇਤ ਨੂੰ ਆਪਾਂ ਵਾੜ ਕਰਦੇ, ਅੰਦਰ ਕੋਈ ਵਧੀਆ ਫਸਲ ਹੋਵੇ ਤੇ ਉਹਦੇ ਆਲੇ ਦੁਆਲੇ ਵਾੜ ਕਰ ਦਿੱਤੀ, ਤਾਂ ਕਿ ਇਹਦੇ ਅੰਦਰ ਕੋਈ ਅਵਾਰਾ ਪਸ਼ੂ ਨਾ ਜਾਵੇ, ਕੋਈ ਫਸਲ ਦਾ ਨੁਕਸਾਨ ਨਾ ਕਰੇ। ਵਧੀਆ ਫਸਲ ਦੇ ਆਲੇ ਦੁਆਲੇ ਵਾੜ ਕਰ ਦਿੱਤੀ ਜਾਂਦੀ। ਜਾਂ ਜਿਹੜੇ ਘਰ 'ਚ ਬਹੁਤ ਜ਼ਿਆਦਾ ਸਰਮਾਇਆ ਹੋਵੇ, ਉਹ ਘਰ ਦੇ ਉਸ ਕੋਠੜੀ ਨੂੰ ਆਪਾਂ ਜਿੰਦਾ ਵੀ ਲਾ ਕੇ ਰੱਖਦੇ ਆ, ਤੇ ਉਹ ਘਰ ਵਾਲੇ ਕੁੱਤਾ ਵੀ ਰੱਖਦੇ, ਸਾਂਭ ਕੇ ਪਾਲ ਕੇ ਰੱਖਦੇ ਆ। ਬੂਹੇ ਜੰਦਰਾ ਕੁੱਤਾ ਅੱਗੇ ਮੋਹਰੇ, ਭਾਈ ਗੁਰਦਾਸ ਦੇ ਸ਼ਬਦ ਨੇ ਕਿ ਬੂਹੇ ਦੇ ਉੱਤੇ ਜਿੰਦਾ ਲਾ ਕੇ ਮੋਹਰੇ ਕੁੱਤਾ ਵੀ ਬਿਠਾ ਦਿੱਤਾ ਜਾਂਦਾ ਆ, ਪਰ ਉਸ ਕੋਠੜੀ ਦੇ ਮੋਹਰੇ, ਉਸ ਘਰ ਦੇ ਮੋਹਰੇ ਜਿੱਥੇ ਸਰਮਾਇਆ ਬਹੁਤ ਜ਼ਿਆਦਾ ਹੋਵੇ। ਪਰ ਜੇ ਸਰਮਾਇਆ ਹੋਵੇ ਨਾ ਤੇ ਕੋਠੜੀ ਨੂੰ ਜਿੰਦਾ ਲੱਗਾ ਹੋਵੇ, ਕੋਈ ਹੋਵੇ ਭੁੱਖਿਆਂ ਨੰਗਿਆਂ ਦਾ ਘਰ, ਹੋਵੇ ਮੰਗਤਿਆਂ ਦਾ ਘਰ, ਤੇ ਜਿੰਦਰਾ ਲੱਗਾ ਹੋਵੇ ਵੱਡਾ ਸਾਰਾ, ਘਰ ਦੀ ਵੀ ਉਹੋ ਜਿਹੀ ਹਾਲਾਤ ਨਾ ਹੋਵੇ ਜਿਹੋ ਜਿਹਾ ਜਿੰਦਰਾ ਲੱਗਾ ਹੋਵੇ, ਤੇ ਮੋਰੇ ਕੁੱਤਾ ਵੀ ਕਿਤੇ ਵਧੀਆ ਨਸਲ ਦਾ ਪਾਲ ਕੇ ਰੱਖਿਆ, ਲੋਕੀ ਮਖੌਲ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ। ਦਿਖਾਵਾ, ਖੇਤ ਦੇ ਅੰਦਰ ਕੁਛ ਹੋਵੇ ਨਾ ਤੇ ਵਾਰ ਦੇ ਉੱਤੇ ਖਰਚਾ ਕਰੀ ਜਾਵੇ ਬੰਦਾ, ਖੇਤ ਦੇ ਅੰਦਰ ਉਹਨਾਂ ਕੁਛ ਹੈ ਨਹੀਂ, ਜ਼ਿਮੀਂਦਾਰ ਵਾਰ ਦੇ ਆਲੇ ਦੁਆਲੇ ਖਰਚਾ ਕਰੀ ਜਾਵੇ, ਉਦੋਂ ਜ਼ਿਆਦਾ ਤੇ ਉਹ ਲੋਕਾਂ ਦੇ ਮਜ਼ਾਕ ਦਾ ਪਾਤਰ ਬਣੂਗਾ। ਸੋ ਗੁਰਸਿੱਖੀ ਦੀ ਗੱਲ ਜਿਹੜੀ ਆ, ਪਹਿਲਾਂ ਅੰਦਰ ਫਸਲ ਆਈ, ਪਹਿਲਾਂ ਅੰਦਰ ਸਰਮਾਇਆ ਆਇਆ, ਪਹਿਲਾਂ ਅੰਦਰ ਚੰਗੇ ਗੁਣ ਆਏ, ਕਿਰਤ ਕਰਨ ਨਾਲ, ਨਾਮ ਜਪਣ ਨਾਲ, ਵੰਡ ਛਕਣ ਦੇ ਨਾਲ ਜਿਹੜਾ ਜੀਵਨ ਬਣਿਆ, ਜਿਹੜਾ ਸਮਾਜ ਸਿਰਜਿਆ ਗਿਆ, ਉਹਦੀ ਰਾਖੀ ਦੇ ਲਈ ਕਲਗੀਧਰ ਪਾਤਸ਼ਾਹ ਨੇ ਉਹਦੇ ਆਲੇ ਦੁਆਲੇ ਫਿਰ ਵਾੜ ਕਰ ਦਿੱਤੀ ਰਹਿਤ ਦੀ। ਇੱਕ ਖਾਸ ਤਰ੍ਹਾਂ ਦਾ ਬਾਣਾ, ਇੱਕ ਖਾਸ ਤਰ੍ਹਾਂ ਦਾ ਉੱਠਣਾ ਬੈਠਣਾ, ਇੱਕ ਖਾਸ ਤਰ੍ਹਾਂ ਦੀਆਂ ਹਦਾਇਤਾਂ, ਇੱਕ ਖਾਸ ਤਰ੍ਹਾਂ ਦੇ ਪਹਿਰਾਵਾ, ਉਹ ਸਾਰਾ ਕੁਝ ਇਕੱਠਾ ਹੋ ਗਿਆ। ਪਰ ਹੁਣ ਜਰਾ ਇਸ ਗੱਲ ਨੂੰ ਜਰਾ ਦੂਜੀ ਤਰ੍ਹਾਂ ਨਾਲ ਸੋਚੋ, ਜੇ ਅੰਦਰ ਗੁਣ ਹੋਣ ਹੀ ਨਾ, ਅੰਦਰ ਨਾਮ ਸਿਮਰਿਆ ਹੀ ਨਾ ਹੋਵੇ, ਨਾਮ ਜਪਿਆ ਨਾ ਹੋਵੇ, ਕਿਰਤ ਕੀਤੀ ਨਾ ਹੋਵੇ, ਵੰਡ ਛਕਿਆ ਨਾ ਹੋਵੇ, ਅੰਦਰ ਕੋਈ ਗੁਣ ਨਾ ਹੋਵੇ, ਅੰਦਰ ਖਾਲਸੇ ਵਾਲੀ ਇੱਕ ਵੀ ਕਰਤੂਤ ਨਾ ਹੋਵੇ, ਤੇ ਬਾਹਰੋਂ ਪਹਿਰਾਵਾ ਪਾਇਆ ਹੋਵੇ ਖਾਲਸੇ ਵਾਲਾ, ਤੇ ਮਜ਼ਾਕ ਦਾ ਪਾਤਰ ਬਣੂਗਾ ਨਾ ਬਣੂ, ਉਸੇ ਜ਼ਿਮੀਂਦਾਰ ਵਾਂਗੂ ਜਿਹੜਾ ਫਸਲ ਹੋਣ ਤੋਂ ਬਿਨਾਂ ਉਜਾੜ ਖੇਤ ਨੂੰ ਵਾੜ ਤੇ ਖਰਚਾ ਕਰੀ ਜਾਵੇ, ਜਾਂ ਉਸ ਮੰਗਤੀ ਵਾਂਗੂ ਜਿਹੜਾ ਆਪਣੇ ਘਰ ਦੇ ਮੂਹਰੇ ਬਹੁਤ ਵੱਡਾ ਜਿੰਦਾ ਲਾ ਕੇ ਰੱਖੇ, ਮੂਹਰੇ ਵਧੀਆ ਨਸਲ ਦਾ ਕੁੱਤਾ ਬਿਠਾ ਕੇ ਰੱਖੇ। ਸਤਿਗੁਰੂ ਨੇ ਆਖਿਆ ਮਜ਼ਾਕ ਦਾ ਪਾਤਰ ਨਹੀਂ ਸਿੱਖ ਨੇ ਬਣਨਾ। ਆਪ ਵੀ ਮਜ਼ਾਕ ਦਾ ਪਾਤਰ ਬਣੂਗਾ, ਸਵਾਂਗੀ ਬਣੂਗਾ, ਲੋਕਾਂ ਨੂੰ ਵੀ ਲੁੱਟੂਗਾ। ਸੋ ਸਿੱਖ ਨੇ ਕਦੀ ਵੀ ਸਵਾਂਗੀ ਨਹੀਂ ਬਣਨਾ। ਸਵਾਂਗੀ ਦਾ ਅਰਥ ਸਵਾਂਗ ਰਚਣ ਵਾਲਾ ਨਹੀਂ ਬਣਨਾ, ਦਿਖਾਵੇ ਦਾ ਸਿੱਖ ਨਹੀਂ ਬਣਨਾ। ਜੇ ਅੰਦਰ ਗੁਣ ਹੈਣ ਤੇ ਫਿਰ ਬਾਣਾ ਧਾਰਨ ਕਰਨਾ ਹੈ। ਕੱਲੇ ਬਾਣੇ ਦਾ ਕੋਈ ਮਤਲਬ ਨਹੀਂ ਜੇ ਬਾਣੀ ਨਹੀਂ ਹੈ ਤਾਂ। ਜੇ ਅੰਦਰ ਗੁਣ ਨਹੀਂ ਹੈ, ਮੈਨੂੰ ਗੱਲ ਯਾਦ ਆ ਗਈ ਇਤਿਹਾਸ ਦੀ। ਭਾਈ ਮਹਾ ਸਿੰਘ 40 ਸਿੰਘਾਂ ਨਾਲ ਜਦੋਂ ਛੱਡਣ ਲੱਗਾ ਆਨੰਦਪੁਰ, ਤੇ ਸਤਿਗੁਰੂ ਨੂੰ ਆਖਿਆ, ਸਤਿਗੁਰੂ ਜੀ ਅਸੀਂ ਤਾਂ ਜਾਣਾ, ਸਾਡੇ ਤੋਂ ਹੁਣ ਲੜਿਆ ਨਹੀਂ ਜਾਂਦਾ। ਸਤਿਗੁਰੂ ਕਹਿੰਦੇ ਜੇ ਨਹੀਂ ਸੱਚ ਲਈ ਲੜ ਸਕਦੇ, ਜੇ ਨਹੀਂ ਧਰਮ ਯੁੱਧ ਲੜ ਸਕਦੇ, ਜੇ ਨਹੀਂ ਗਰੀਬਾਂ ਲਈ ਲੋੜਵੰਦਾਂ ਲਈ ਖੜੇ ਹੋ ਸਕਦੇ, ਤਾਂ ਫਿਰ ਇੱਦਾਂ ਕਰੋ, ਲਿਖ ਕੇ ਦੇ ਜਾਓ ਕਿ ਅਸੀਂ ਤੇਰੇ ਸਿੱਖ ਨਹੀਂ। ਉਹ ਕਹਿੰਦਾ ਸਤਿਗੁਰੂ ਕਿਉਂ ਲਿਖ ਕੇ ਦਈਏ, ਅਸੀਂ ਨਾ ਬਾਣੀ ਪੜ੍ਹਨ ਤੋਂ ਮੁਨਕਰ ਹੋਏ ਆ, ਨਾ ਬਾਣਾ ਉਤਾਰਿਆ, ਬਾਣਾ ਵੀ ਤੇਰਾ ਪਾਇਆ ਹੋਇਆ, ਬਾਣੀ ਵੀ ਪੜ੍ਹਦੇ ਆ। ਤੇ ਸਤਿਗੁਰੂ ਕਹਿੰਦੇ ਭਾਵੇਂ ਬਾਣਾ ਵੀ ਹੋਵੇ ਤੇ ਨਾਲ ਬਾਣੀ ਵੀ ਹੋਵੇ, ਜੇ ਅੰਦਰ ਸਿੱਖੀ ਵਾਲੇ ਗੁਣ ਨਹੀਂ, ਜੇ ਸੱਚ ਲਈ ਖੜ ਨਹੀਂ ਸਕਦੇ, ਸੱਚ ਲਈ ਲੜ ਨਹੀਂ ਸਕਦੇ, ਧਰਮ ਯੁੱਧ ਕਰ ਨਹੀਂ ਸਕਦੇ, ਤੇ ਸਿੱਖ ਖਵਾਉਣ ਦਾ ਹੱਕ ਨਹੀਂ ਹੈ। ਕਿੱਡੀ ਵੱਡੀ ਸਿੱਖਿਆ ਸਤਿਗੁਰੂ ਨੇ ਦਿੱਤੀ ਭਾਈ ਮਹਾ ਸਿੰਘ ਦੇ ਰਾਹੀਂ, ਉਹਨਾਂ ਮੁਕਤਿਆਂ ਰਾਹੀਂ ਸਾਨੂੰ, ਕਿ ਬਾਣਾ ਪਾਏ ਦਾ ਤਾਂ ਮੁੱਲ ਹੈ, ਬਾਣੀ ਪੜ੍ਹੀ ਦਾ ਵੀ ਤਾਂ ਮੁੱਲ ਹੈ, ਜੇ ਅੰਦਰ ਸਿੱਖੀ ਵਾਲੇ ਗੁਣ ਹਨ। ਪੜ੍ਹਦਾ ਤਾਂ ਹੋਵੇ ਦਿਨ ਰਾਤ ਬਾਣੀ, ਤੇ ਕਰਦਾ ਹੋਵੇ ਘਰਦਿਆਂ ਨੂੰ ਵੱਡੂ ਖਾਊ, ਸੁਭਾਅ 'ਚ ਵੀ ਕੋਈ ਬਦਲਾਅ ਨਹੀਂ ਆਇਆ, ਕੋਈ ਤਬਦੀਲੀ ਨਹੀਂ ਆਈ,
ਤੇ ਕਾਹਦੀ ਸਿੱਖੀ, ਤੂੰ ਤਾਂ ਰਟਨ ਜਾ ਹੋ ਗਿਆ। ਸਤਿਗੁਰੂ ਨੇ ਪ੍ਰਵਾਨ ਨਹੀਂ। ਸੋ ਸਿੱਖ ਨੇ ਸਵਾਂਗੀ ਦਿਖਾਵੇ ਦਾ ਸਿੱਖ ਨਹੀਂ ਬਣਨਾ, ਗੁਣ ਧਾਰਨ ਕਰਨੇ ਆ। ਉਹਦੇ ਬੋਲਣ 'ਚ, ਉਹਦੇ ਖੜੇ ਹੋਣ 'ਚ, ਉਹਦੇ ਤੁਰਨ ਫਿਰਨ 'ਚ, ਉਹਦੇ ਵਿਚਰਨ ਦੇ ਵਿੱਚ, ਉਹਦੇ ਬੋਲਾਂ ਦੇ ਵਿੱਚ, ਉਹਦੀ ਕਰਤੂਤ ਦੇ ਵਿੱਚ ਸਿੱਖੀ ਹੋਣੀ ਚਾਹੀਦੀ ਆ। ਸਿੱਖੀ ਦਾ ਦਰਦ ਹੋਣਾ ਚਾਹੀਦਾ, ਗੁਰੂ ਲਈ ਪਿਆਰ ਹੋਣਾ ਚਾਹੀਦਾ, ਗੁਰੂ ਲਈ ਸਤਿਕਾਰ ਹੋਣਾ ਚਾਹੀਦਾ, ਤਾਂ ਇਹ ਗੁਰੂ ਦੇ ਦਰ ਤੇ ਪ੍ਰਵਾਨ ਹੈ। ਸੋ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਸਿੱਖ ਨੇ ਸਵਾਂਗੀ ਦਿਖਾਵੇ ਦਾ ਸਿੱਖ ਨਹੀਂ ਬਣਨਾ। ਇਸ ਗੱਲ ਨੂੰ ਆਪਾਂ ਇੱਕ ਹੋਰ ਤਰ੍ਹਾਂ ਨਾਲ ਸਮਝਦੇ ਹਾਂ ਕਿ ਸਵਾਂਗ ਤਾਂ ਬੰਦੇ ਨੇ ਬਾਹਰੋਂ ਧਾਰਨ ਕਰ ਲਿਆ ਸਿੱਖਾਂ ਵਾਲਾ, ਬਾਣਾ ਵੀ ਪਾ ਲਿਆ, ਬਾਣੀ ਵੀ ਰੱਟ ਲਈ, ਬੋਲਣ ਲੱਗ ਪਿਆ, ਬਾਣਾ ਵੀ ਪਾ ਲਿਆ, ਬਾਣੀ ਵੀ ਰੱਟ ਲਈ, ਬਾਹਰਲਾ ਸਵਾਂਗ ਹੋ ਗਿਆ ਸਿੱਖਾਂ ਵਾਲਾ, ਪਰ ਅੰਦਰ ਸਿੱਖੀ ਹੈ ਨਹੀਂ। ਅੰਦਰ ਜਦੋਂ ਸਿੱਖੀ ਹੈ ਨਹੀਂ ਤੇ ਫਿਰ ਜਦੋਂ ਵੀ ਕਿਤੇ ਪਰਖ ਦਾ ਸਮਾਂ ਆਊਗਾ ਅਰਲ ਬਰਲੀ ਬੋਲੂਗਾ। ਜਿਹਦੇ ਮੂੰਹ ਤੇ ਗਾਲ ਹੈ ਨਾ, ਸਮਝ ਲਓ ਗੁਰੂ ਦਾ ਸਿੱਖ ਨਹੀਂ। ਤੇ ਜਦੋਂ ਕਿਸੇ ਤੁਸੀਂ ਸਾਧ ਨੂੰ, ਕਿਸੇ ਸੰਤ ਨੂੰ, ਕਿਸੇ ਮਹਾਂਪੁਰਸ਼ ਨੂੰ ਗਾਲਾਂ ਕੱਢਦੇ ਦੇਖਦੇ ਆ ਤੇ ਸਮਝ ਲਿਓ ਅੰਦਰ ਸਿੱਖੀ ਨਹੀਂ। ਗਾਲ ਕੱਢਣਾ, ਕਿਸੇ ਨੂੰ ਧੀ ਭੈਣ ਦੀ ਗਾਲ ਕੱਢਣ ਦਾ ਮਤਲਬ ਪਤਾ ਕੀ ਹੈ? ਕਿ ਤੁਸੀਂ ਉਹਦੀ ਧੀ ਭੈਣ ਨੂੰ ਆਪਣੀ ਧੀ ਭੈਣ ਨਹੀਂ ਜਾਣਦੇ। ਤੇ ਸਤਿਗੁਰੂ ਨੇ ਪਹਿਲੀ ਸ਼ਰਤ ਇਹ ਲਾਈ ਹੈ ਕਿ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਦੂਜੇ ਦੀ ਧੀ ਨੂੰ ਧੀ ਕਰਕੇ ਸਮਝਣਾ, ਦੂਜੇ ਦੀ ਭੈਣ ਨੂੰ ਭੈਣ ਕਰਕੇ ਸਮਝਣਾ। ਜਿਹੜਾ ਗਾਲ ਕੱਢਦਾ, ਅਰਲ ਬਰਲ ਬੋਲਦਾ, ਕਿੱਡਾ ਮਰਜੀ ਬਾਣਾ ਪਾਇਆ ਹੋਵੇ, ਤੇ ਜਦੋਂ ਕਿਸੇ ਬਾਣੇ ਵਾਲ ਨੂੰ ਤੁਸੀਂ ਗਾਲ ਪਾਏ, ਕਈ ਤਾਂ ਸਾਧ ਬਣੇ ਹੋਏ, ਡੇਰਿਆਂ ਦੇ ਮੁਖੀ ਬਣੇ ਹੋਏ, ਉਹਨਾਂ ਦੀ ਵੀਡੀਓ ਬਾਅਦ ਚ ਆਉਂਦੀ, ਵਾਇਰਲ ਹੋ ਜਾਂਦੀ ਅੱਜ ਕੱਲ੍ਹ। ਤਾਂ ਉਹਨਾਂ ਦੀ ਜਦੋਂ ਗਾਲਾਂ ਬਾਹਰ ਆਉਂਦੀਆਂ ਨਾ, ਤੇ ਸੁਣਦਿਆਂ ਕਈ ਵਾਰੀ ਤੁਹਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੁੰਦਾ ਕਿ ਆਹ ਸਿੱਖ ਸੰਤ ਆ, ਆਹ ਬਾਣੇ ਵਾਲਾ ਆ। ਸੋ ਇਸੇ ਕਰਕੇ ਤੁਸੀਂ ਬਾਣਾ ਪਾ ਲਿਆ ਪਰ ਬੋਲਣਾ ਅਰਲ ਬਰਲ ਹੈ, ਤੇ ਫਿਰ ਤੁਸੀਂ ਇਕੱਲੀ ਆਪਣੀ ਬੇਇੱਜ਼ਤੀ ਥੋੜਾ ਕਰਾ ਰਹੇ ਆ, ਤੁਸੀਂ ਤਾਂ ਸਾਰੇ ਬਾਣੇ ਵਾਲਿਆਂ ਦੀ ਬੇਇੱਜ਼ਤੀ ਕਰਾ ਰਹੇ ਆ। ਤੁਸੀਂ ਸਾਰਿਆਂ ਨੂੰ ਬਦਨਾਮ ਕਰ ਰਹੇ ਆ, ਤੇ ਜਿਹੜਾ ਸਾਰਿਆਂ ਨੂੰ ਬਦਨਾਮ ਕਰ ਰਿਹਾ ਉਹ ਗੁਰੂ ਦਾ ਦੁਖੀ ਬਣ ਜਾਂਦਾ, ਉਹ ਪੰਥ ਦਾ ਦੁਖੀ ਬਣ ਜਾਂਦਾ। ਕਿੱਥੋਂ ਗੁਰੂ ਬਖਸ਼ੇਗਾ ਉਹਨਾਂ ਨੂੰ? ਨਹੀਂ ਬਖਸ਼ ਸਕਦਾ। ਸਤਿਗੁਰੂ ਨੇ ਇਸੇ ਕਰਕੇ ਪਹਿਲਾਂ ਐਲਾਨ ਕਰਤਾ ਕਿ ਜੋ ਅੰਦਰ ਹੈ ਉਹ ਬਾਹਰ ਬਣ ਕੇ ਰਹਿਣਾ ਹੈ। ਸਿੱਖੀ ਪਹਿਲਾਂ ਅੰਦਰ ਹੋਵੇ, ਬੀਜ ਅੰਦਰ ਹੋਏਗਾ ਤੇ ਬਾਹਰ ਬ੍ਰਿਸ਼ ਜੰਮ ਪਵੇ, ਫਿਰ ਬਾਹਰ ਬਾਣਾ ਆ ਜਾਏਗਾ ਆਪੇ। ਪਰ ਜੇ ਅੰਦਰ ਹੀ ਤੁਹਾਡੇ ਨਹੀਂ ਤੇ ਬਾਹਰਲਾ ਹੀ ਧਾਰਨ ਕਰ ਲਿਆ, ਫਿਰ ਗੱਲ ਨਹੀਂ ਬਣਨੀ। ਕਈ ਵਾਰ ਇਦਾਂ ਹੁੰਦਾ, ਮਨੁੱਖ ਅੰਦਰ ਦੀ ਗੱਲ ਔਖੀ ਆ, ਸੌਖੀ ਨਹੀਂ ਗੱਲ। ਕਈ ਵਾਰੀ ਮਨੁੱਖ ਬਾਹਰੋਂ ਬਾਣਾ ਧਾਰਨ ਕਰ ਲੈਂਦਾ, ਪਰ ਤੁਹਾਡਾ ਬਾਹਰੋਂ ਧਾਰਨ ਕੀਤਾ ਹੋਇਆ ਬਾਣਾ ਫਿਰ ਤੁਹਾਡਾ ਜੀਵਨ ਉਸ ਮੁਤਾਬਕ ਢਲਦੇ ਜਾਣਾ ਚਾਹੀਦਾ। ਤੁਹਾਡੇ ਅੰਦਰ ਬੀਜ ਹੋ ਜਾ, ਬੀਜ ਜੰਮ ਪਵੇ ਅੰਦਰ ਜਾ ਕੇ। ਜੇ ਤੁਸੀਂ ਇਸ ਗੱਲ ਦਾ ਖਿਆਲ ਰੱਖ ਸਕਦੇ ਹੋ ਫਿਰ ਤਾਂ ਹੈ ਪ੍ਰਮਾਣ। ਪਰ ਜੇ ਤੁਸੀਂ ਬਾਣਾ ਪਾ ਕੇ ਇਸ ਗੱਲ ਦਾ ਖਿਆਲ ਨਹੀਂ ਰੱਖ ਸਕਦੇ ਤੇ ਫਿਰ ਸਤਿਗੁਰੂ ਦੇ ਦਰਬਾਰ ਤੇ ਪ੍ਰਵਾਨ ਨਹੀਂ। ਫਿਰ ਜੇ ਤਾਂ ਬਾਹਰੋਂ ਬਾਣਾ ਪਾ ਕੇ ਅੰਦਰ ਪੂਰੀ ਤਰ੍ਹਾਂ ਬੀਜ ਉੱਗਿਆ ਨਹੀਂ, ਫਲਿਆ ਨਹੀਂ, ਪਰ ਤੁਹਾਡੇ ਅੰਦਰ ਖਾਸ਼ ਬਣ ਗਈ ਹੈ ਮੈਂ ਬਾਣਾ ਪਾਵਾਂ, ਤੁਹਾਡੇ ਅੰਦਰ ਖਾਸ਼ ਬਣ ਗਈ ਹੈ ਮੈਂ ਇਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵਾਂ। ਜੇ ਬਾਣਾ ਪਾ ਲਿਆ ਤੇ ਆਪਣੇ ਜੀਵਨ ਨੂੰ ਉਸ ਮੁਤਾਬਕ ਜੇ ਢਾਲਦੇ ਆ, ਸਹਿਜ ਸਹਿਜ ਢਾਲਣ ਦੀ ਕੋਸ਼ਿਸ਼ ਕਰਦੇ ਆ, ਤੇ ਫਿਰ ਉਹ ਸਹਿਜਧਾਰੀ ਸ਼ਬਦ ਹੈ। ਸਹਿਜਧਾਰੀ ਦਾ ਮਤਲਬ ਇਹ ਨਹੀਂ ਕਿ ਰੋਜ਼ ਹੀ ਖਤਾਂ ਗੜਾ ਆਉਂਦੀਆਂ ਤੇ ਕਹਤਾ ਮੈਂ ਤਾਂ ਗੁਰੂ ਦਾ ਸਹਿਜਧਾਰੀ ਸਿੱਖਿਆ, ਹਰ ਰੋਜ਼ ਪਟੇ ਮਨਾ ਲੈ ਤੇ ਕਹਤਾ ਮੈਂ ਸਹਿਜਧਾਰੀ ਸਿੱਖਿਆ ਗੁਰੂ ਦਾ। ਇੱਦਾਂ ਨਹੀਂ। ਸਹਿਜਧਾਰੀ ਉਹ ਹੈ ਜਿਹੜਾ ਸਹਿਜੇ ਸਹਿਜੇ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਹੈ। ਅੰਦਰ ਅਜੇ ਪੂਰੀ ਤਰ੍ਹਾਂ ਬੀਜ ਜੰਮਿਆ ਨਹੀਂ, ਅਜੇ ਅੰਮ੍ਰਿਤ ਛਕਣ ਦੀ ਗੱਲ ਨਹੀਂ ਬਣੀ, ਅਜੇ ਖੰਡੇ ਦੀ ਪੌਲ ਨਹੀਂ ਲਈ, ਪਰ ਬਾਣਾ ਧਾਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਅੰਦਰ ਨੂੰ ਬਾਣੇ ਦਾ ਅਸਰ ਅੰਦਰ ਵੱਲ ਨੂੰ ਜਾ ਰਿਹਾ ਹੈ, ਹੌਲੀ ਹੌਲੀ ਬੀਜ ਉਗ ਰਿਹਾ, ਸਹਿਜ ਸਹਿਜ ਨਾਲ ਬੀਜ ਉਗ ਰਿਹਾ, ਤਿਆਰੀ ਚੱਲ ਰਹੀ ਹੈ। ਉਹ ਹੈ ਸਹਿਜਧਾਰੀ ਸਿੱਖ, ਉਹ ਪ੍ਰਮਾਣ। ਨਹੀਂ ਤਾਂ ਸਤਿਗੁਰੂ ਨੇ ਕਈ ਸਮਝਾਉਣ ਲਈ ਸਤਿਗੁਰੂ ਕੌਤਕ ਵਧਾਈ ਦਿੰਦੇ ਸਨ। ਚੋਜੀ ਪੀਰ ਆਪਾਂ ਕਲਗੀਧਰ ਪਾਤਸ਼ਾਹ ਨੂੰ ਕਦੇ ਕਹਿੰਦੇ ਹਾਂ, ਉਹਨਾਂ ਨੇ ਆਨੰਦਪੁਰ ਇੱਕ ਵਾਰੀ ਇਹ ਕੀਤਾ ਸੀ, ਖੋਤੇ ਉੱਤੇ ਸ਼ੇਰ ਦੀ ਖੱਲ ਪਾ ਕੇ ਖੇਤਾਂ ਵੱਲ ਛੱਡ ਦਿੱਤਾ। ਖੋਤੇ ਉੱਤੇ ਪਾਈ ਸ਼ੇਰ ਦੀ ਖੱਲ ਤੇ ਖੇਤਾਂ ਵੱਲ ਛੱਡ ਦਿੱਤਾ। ਜ਼ਿਮੀਂਦਾਰ ਡਰਦੇ ਰਹੇ ਖੇਤਾਂ ਵੱਲ ਹੀ ਨਾ ਜਾਣ। ਇੱਕ ਦਿਨ ਦੋ ਦਿਨ ਨਹੀਂ ਗਏ, ਜਦੋਂ ਪਰ ਖੋਤਾ ਹੀਂਗਿਆ,
ਜਦੋਂ ਨੇ ਆਵਾਜ਼ ਕੱਢੀ, ਜਦੋਂ ਰੱਜ ਪੁੱਜ ਕੇ ਦਲੱਤੀਆਂ ਮਾਰਨੀਆਂ ਸ਼ੁਰੂ ਕੀਤੀਆਂ, ਪਤਾ ਲੱਗ ਗਿਆ ਹੈ ਸ਼ੇਰ ਨਹੀਂ, ਸ਼ੇਰ ਦੀ ਖਾਲੀ ਹੈ, ਖੋਤਾ ਹੈ। ਨਾਲੇ ਫਿਰ ਕਿਸਾਨਾਂ ਨੇ ਜਾ ਕੇ, ਜ਼ਿਮੀਂਦਾਰਾਂ ਨੇ ਜਾ ਕੇ ਉਹਦੇ ਡਾਂਗਾ ਮਾਰੀਆਂ, ਨਾਲੇ ਸ਼ੇਰ ਦੀ ਖੱਲ ਲਾ ਲਈ। ਤੇ ਸਤਿਗੁਰੂ ਨੇ ਸਿੱਖਾਂ ਨੂੰ ਸਮਝਾਇਆ ਇਹ ਹਾਲ ਹੁੰਦਾ ਹੈ ਜਿਹਦਾ ਸਿਰਫ ਬਾਣਾ ਹੀ ਹੋਵੇ, ਜਿਹਦਾ ਸਿਰਫ ਭੇਖ ਹੀ ਹੋਵੇ, ਜਿਹੜਾ ਸਿਰਫ ਸਵਾਂਗੀ ਹੋਵੇ, ਉਹ ਡਾਂਗਾ ਵੀ ਬਹੁਤੀਆਂ ਖਾਂਦਾ ਹੈ ਤੇ ਆਪਣੀ ਖੱਲ ਵੀ ਲਵਾ ਪੈਂਦਾ ਹੈ। ਪਰ ਜੇ ਅੰਦਰੋਂ ਕਿਤੇ ਸਹੀ ਅਰਥਾਂ 'ਚ ਸ਼ੇਰ ਹੋਵੇ ਤੇ ਫਿਰ ਗੱਲ ਹੋਰ ਹੈ। ਪਰ ਜੇ ਸ਼ੇਰ ਦੀ ਖਾਲੀ ਪਾਈ ਹੋਈ ਤੇ ਹੋਰ ਗੱਲ ਹੈ। ਤੇ ਸਤਿਗੁਰੂ ਨੇ ਉਦੋਂ ਵੀ ਐਲਾਨ ਕੀਤਾ ਸੀ, ਸਿੱਖ ਨੇ ਸਵਾਂਗੀ ਨਹੀਂ ਬਣਨਾ, ਦਿਖਾਵੇ ਦਾ ਸਿੱਖ ਨਹੀਂ ਬਣਨਾ, ਪਹਿਰਾਵੇ ਦਾ ਸਿੱਖ ਨਹੀਂ ਬਣਨਾ। ਖੋਤੇ ਨੇ ਸ਼ੇਰ ਦੀ ਖੱਲ ਨਹੀਂ ਪਾਉਣੀ, ਪਹਿਲਾਂ ਅੰਦਰ ਸ਼ੇਰ ਵਾਲੀ ਬਿਰਤੀ ਲੈ ਕੇ ਆਉਣੀ ਆ, ਫਿਰ ਸ਼ੇਰ ਵਾਲਾ ਬਾਣਾ ਵੀ ਪਾ ਲੈਣਾ ਹੈ। ਸੋ ਸਤਿਗੁਰੂ ਦੀ ਸਮਝਾਉਣੀ ਇਸ ਗੱਲ ਨੂੰ ਆਪਾਂ ਇੱਕ ਹੋਰ ਅੰਦਾਜ਼ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਬਾਣੇ ਵਾਲੀ ਗੱਲ ਨੂੰ, ਇਸ ਪਹਿਰਾਵੇ ਵਾਲੀ ਗੱਲ ਨੂੰ ਇੱਕ ਹੋਰ ਅੰਦਾਜ਼ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਮ ਤੌਰ ਤੇ ਜੀਵ ਇਸਤਰੀ, ਮੈਂ ਜੀਵ ਇਸਤਰੀ ਸ਼ਬਦ ਜਾਣ ਕੇ ਵਰਤਿਆ ਕਿ ਸਤਿਗੁਰ ਨੇ ਗੁਰਬਾਣੀ ਅੰਦਰ ਸਾਡੇ ਸਾਰਿਆਂ ਲਈ ਜੀਵ ਇਸਤਰੀ ਵਰਤਿਆ ਆ। ਇਸ ਲਈ ਹਰ ਜੀਵ ਇਸਤਰੀ ਜਿਹੜੀ ਆ ਉਹ ਆਪਣੇ ਆਪ ਨੂੰ ਹੋਰ ਸੋਹਣੀ ਬਣਾਉਣ ਦੇ ਲਈ, ਆਪਣੀ ਫੱਬਤ ਨੂੰ ਹੋਰ ਨਿਖਾਰਨ ਦੇ ਲਈ ਸ਼ਿੰਗਾਰ ਕਰਦੀ ਆ। ਆਪਣੇ ਆਪ ਨੂੰ ਸੋਹਣਾ ਦਿਖਾਉਣਾ, ਸੁੰਦਰ ਦਿਖਾਉਣਾ, ਫੱਬਵਾਂ ਦਿਖਾਉਣਾ ਹਰ ਇੱਕ ਦਾ ਹੱਕ ਆ, ਹਰ ਜੀਵ ਇਸਤਰੀ ਦਾ ਹੱਕ ਆ। ਤੇ ਇਸ ਲਈ ਹਾਰ ਸ਼ਿੰਗਾਰ ਕਰਨ ਦਾ ਵੀ ਸਾਰਿਆਂ ਨੂੰ ਹੱਕ ਆ। ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਰੋਕਣਾ ਵੀ ਨਹੀਂ ਚਾਹੀਦਾ ਜਦ ਤੱਕ ਉਹ ਮਰਿਆਦਾ ਦੇ ਵਿੱਚ ਹੈ। ਪਰ ਕੁਛ ਹਾਰ ਸ਼ਿੰਗਾਰ ਜਿਹੜੇ ਆ ਉਹ ਸੁਹਾਗਣਾ ਹੀ ਕਰ ਸਕਦੀਆਂ। ਹਾਰ ਸ਼ਿੰਗਾਰ ਕਰਨ ਦਾ ਤਾਂ ਹਰ ਜੀਵ ਇਸਤਰੀ ਨੂੰ ਹੱਕ ਹੈ, ਕਰਦੇ ਵੀ ਨੇ। ਪਰ ਕੁਛ ਹਾਰ ਸ਼ਿੰਗਾਰ ਇਹੋ ਜਿਹਾ ਆ ਜਿਹੜੇ ਸਿਰਫ ਸੁਹਾਗਣਾ ਹੀ ਕਰ ਸਕਦੀਆਂ। ਤਾਜੀ ਵਿਆਹੀ ਜਿਹੜੀ ਜੀਵ ਇਸਤਰੀ ਹੁੰਦੀ ਉਹਦੇ ਕੀਤਾ ਹੁੰਦਾ ਹੈ। ਲਾਲ ਚੂੜਾ ਪਾਉਣਾ, ਖਾਸ ਤਰ੍ਹਾਂ ਦੇ ਕੁਛ ਇੱਦਾਂ ਦੇ ਜਿਹੜੇ ਸ਼ਿੰਗਾਰ ਨੇ, ਉਹਨਾਂ ਸ਼ਿੰਗਾਰਾਂ ਤੋਂ ਜ਼ਾਹਰ ਹੋ ਜਾਂਦਾ ਕਿ ਔਰਤ ਵਿਆਹੀ ਹੋਈ ਆ, ਸੁਹਾਗਣ ਆ। ਉਹਨਾਂ ਸ਼ਿੰਗਾਰਾਂ ਨਾਲ ਔਰਤ ਹੋਰ ਵੀ ਸੋਹਣੀ ਲੱਗਦੀ, ਹੋਰ ਵੀ ਸਤਿਕਾਰਯੋਗ ਲੱਗਦੀ ਹੈ, ਹੋਰ ਵੀ ਸੁੰਦਰ ਲੱਗਦੀ, ਉਦੋਂ ਹੋਰ ਵੀ ਸਤਿਕਾਰ ਹੁੰਦਾ ਕਿ ਤਾਜੀ ਵਿਆਹੀ ਹੈ। ਪਰ ਜੇ ਉਹੀ ਸ਼ਿੰਗਾਰ ਜਿਹਦੇ ਨਾਲ ਸੁਹਾਗਣ ਹੋਰ ਵੀ ਸੁੰਦਰ ਲੱਗਦੀ, ਹੋਰ ਵੀ ਸਤਿਕਾਰਯੋਗ ਬਣ ਜਾਂਦੀ ਆ, ਪਰ ਜੇ ਉਹੀ ਸ਼ਿੰਗਾਰ ਕਿਤੇ ਕੁਆਰੀ ਕੁੜੀ ਕਰ ਲਵੇ ਜਿਹਦਾ ਜੇ ਵਿਆਹ ਨਹੀਂ ਹੋਇਆ, ਤੇ ਸਮਾਜ ਦੇ ਵਿੱਚ ਹਾਸੂ ਹੀ ਨਾ ਜਦੋਂ ਹੋ ਜਾਊਗਾ, ਫੱਬਣਾ ਵੀ ਨਹੀਂ, ਹਾਸੂ ਹੀ ਨਾ ਜੇ ਵੀ ਹੋ ਜੂ। ਤੇ ਕਈ ਲੋਕ ਤਾਂ ਉਹਦੇ ਹਾਰ ਸ਼ਿੰਗਾਰ ਨੂੰ ਸ਼ੱਕੀ ਜਿਹੇ ਨਿਗਾਹ ਨਾਲ ਵੀ ਦੇਖਣਗੇ। ਹਾਰ ਸ਼ਿੰਗਾਰ ਉਹੀ ਹੈ, ਸੁਹਾਗਣ ਦਾ ਸਤਿਕਾਰ ਵੱਧ ਗਿਆ ਹੈ, ਸੁਹਾਗਣ ਦੀ ਫੱਬਤ ਵੱਧ ਗਈ ਹੈ, ਸੁਹਾਗਣ ਦੀ ਟੌਰ ਵੱਧ ਗਈ ਹੈ। ਪਰ ਹਾਰ ਸ਼ਿੰਗਾਰ ਉਹੀ ਜਦੋਂ ਕੁਆਰੀ ਕੁੜੀ ਨੇ ਕੀਤਾ, ਸ਼ੱਕੀ ਜਾਂ ਨਜ਼ਰਾਂ ਦੀ ਪਾਤਰ ਬਣ ਗਈ ਹੈ। ਸੋ ਹਾਰ ਸ਼ਿੰਗਾਰ ਕਰਨੇ ਕੁਛ ਹਾਰ ਸ਼ਿੰਗਾਰ ਇਹੋ ਜਿਹੇ ਸੁਹਾਗਣਾ ਹੀ ਕਰ ਸਕਦੀਆਂ। ਔਰ ਸਤਿਗੁਰ ਨੇ ਇਸ ਗੱਲ ਨੂੰ ਗੁਰਬਾਣੀ 'ਚ ਵੀ ਕਿਹਾ, ਉਦਾਹਰਨ ਦੇ ਕੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਮੁੰਦੇ ਪਿਰਬਨ ਕਿਆ ਸ਼ਿੰਗਾਰ, ਦਰ ਘਰ ਢੋਈ ਨਾ ਲਹੇ ਦਰਗਾਹ ਝੂਠ ਖੁਆਰ। ਕਿ ਜਦ ਤੱਕ ਤੂੰ ਸੁਹਾਗਣ ਨਹੀਂ ਹੋਈ, ਜਦ ਤੱਕ ਤੂੰ ਪ੍ਰਭੂ ਦੇ ਦਰ ਤੇ ਨਹੀਂ ਆਈ, ਜਦ ਤੱਕ ਤੂੰ ਗੁਰੂ ਵਾਲੀ ਨਹੀਂ ਬਣੀ, ਜਦ ਤੱਕ ਗੁਰੂ ਦੀ ਸਿੱਖਿਆ ਨੂੰ ਅੰਦਰ ਧਾਰਨ ਨਹੀਂ ਕੀਤਾ, ਤੂੰ ਬਾਰੀ ਸ਼ਿੰਗਾਰ ਕਰੀ ਵੀ ਜਾਏਂਗੀ ਤੇ ਫਿਰ ਉਹ ਪਰਮਾਤਮਾ ਵਾਲੀ ਨਹੀਂ ਨਾ ਬਣੀ, ਗੁਰੂ ਵਾਲੀ ਨਹੀਂ ਨਾ ਬਣੀ। ਉਹ ਕੰਤ ਨੂੰ ਰਜਾਇਆ ਤਾਂ ਹੈ ਹੀ ਨਹੀਂ। ਐ ਮੁੰਡੇ, ਇਹ ਹੰਕਾਰੀ ਕੁੜੀਏ, ਪਿਰਬਨ ਕਿਆ ਸ਼ਿੰਗਾਰ, ਤੂੰ ਸ਼ਿੰਗਾਰ ਕਰ ਲਿਆ। ਮੈਨੂੰ ਯਾਦ ਆ ਗਈ ਗੱਲ, ਭਾਈ ਸਾਹਿਬ ਭਾਈ ਨਰੰਗ ਸਿੰਘ ਜੀ, ਬਹੁਤ ਸਾਦਾ ਜੀਵਨ ਸੀ, ਅੰਦਰ ਅਵਸਥਾ ਸਤਿਗੁਰੂ ਜਾਣਦਾ। ਕਿ ਜਿਹੋ ਜਿਹੀ ਅਵਸਥਾਵਾਂ ਹੁੰਦੀਆਂ ਉਹਦੇ ਬਾਰੇ ਤੁਸੀਂ ਵਰਣਨ ਵੀ ਨਹੀਂ ਕਰ ਸਕਦੇ, ਪਰ ਤੁਸੀਂ ਕਈ ਗੱਲਾਂ ਅਜ਼ਮਾ ਕੇ ਦੇਖੀਆਂ ਹੁੰਦੀਆਂ, ਕਈ ਗੱਲਾਂ ਨੇੜੇ ਰਹਿ ਕੇ ਦੇਖੀਆਂ ਹੁੰਦੀਆਂ, ਤੁਹਾਨੂੰ ਮਹਿਸੂਸ ਹੁੰਦੀਆਂ। ਭਾਈ ਸਾਹਿਬ ਭਾਈ ਨਰੰਗ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵਾਲੇ, ਐਡਾ ਸਾਦਾ ਜੀਵਨ। ਤੇ ਉਹਨਾਂ ਨੂੰ ਇੱਕ ਵਾਰੀ 3-4 ਗੁਰਸਿੱਖ ਮਿਲੇ, ਜਿਹੜਾ ਕਹਿੰਦੇ ਮੇਰੇ ਨਾਲ ਜਿਹੜਾ ਗੁਰਸਿੱਖ ਸੀ ਇੱਕ ਨਾਂ ਨਹੀਂ ਲੈਣਾ ਬਣਦਾ ਨਹੀਂ। ਉਹਨਾਂ ਦਿਨਾਂ 'ਚ ਉਹ ਇੱਥੇ ਦੀ ਇੱਕ ਬ੍ਰਾਂਚ ਦਾ ਵੀ ਨਵੀਂ ਜਥੇਬੰਦੀ ਉਹਦਾ ਪ੍ਰਧਾਨ ਵੀ ਸੀ, ਉੱਤੋਂ ਦੀ ਦਮਾਲਾ ਬੰਨਿਆ, ਉੱਤੋਂ ਦੀ ਵੱਡੀ ਸਾਰੀ ਚੌੜੀ ਸਾਰੀ ਕਿਰਪਾਨ ਪਾਈ ਹੋਈ। ਤੇ ਭਾਈ ਸਾਹਿਬ ਕਹਿੰਦੇ, ਸਿੰਘ ਜੀ ਨਿਤਨੇਮ ਕਿੰਨਾ ਕਰਦੇ ਹੋ? ਕਹਿੰਦਾ ਕਦੀ 10 ਮਿੰਟ, ਕਦੀ 15 ਮਿੰਟ। ਕਹਿੰਦੇ ਪੱਕਾ ਦੱਸ ਕਿੰਨਾ ਮਿੰਟ ਟਿਕ ਕੇ ਕਰਦਾ ਹੈ? ਕਹਿੰਦੇ ਪੱਕਾ ਤਾਂ ਨਹੀਂ, ਜੋ ਦੁੱਧ ਦਾ ਕੰਮ ਹੈ, ਦੁੱਧ ਵੰਡਦਿਆਂ
10-15 मिनट किते बाणी पढ़ी जाती, जिन्नी कोई याद उन्नी पढ़ लेना। तो भाई साहब कहते फिर आ उत्तों जो दमाला एडा सारा पा के ते उत्तों एडा चोला पा के उत्तों दी किरपान पाई हुई आ, ये शोभदी नहीं, ये शोभदी है। घट्टो घट्ट दुश्मन का समा कड्ढो नितनेम दे लई, बाकी सतगुरु आपे मेरा करूगा। ਜਾਂ ਤਾਂ ਭਾਈ ਜੇ ਦਿਵਾਲੇ ਪਾਉਣੇ ਆ, ਏਡੀ ਏਡੀਆਂ ਕਿਰਪਾਨਾਂ ਪਾਉਣੀਆਂ, ਏਡਾ ਏਡਾ ਬਾਹਰੋਂ ਪਹਿਰਾਵਾ ਦਿਖਾਉਣਾ ਹੈ, ਤੇ ਘੱਟੋ ਘੱਟ ਸਮੇਂ ਦਾ ਦੁਸ਼ਮਣ ਜ਼ਰੂਰ ਟਿਕ ਕੇ ਲਾਓ। ਭਾਈ ਸਾਹਿਬ ਨੇ ਗੱਲ ਉਦੋਂ ਕਹੀ, ਤੇ ਮੈਂ ਉਹ ਨਾਲ ਬੈਠਾ ਭਾਈ ਸਾਹਿਬ ਲਈ ਜੋ ਦੇਖਿਆ ਤੇ ਭਾਈ ਸਾਹਿਬ ਦਾ ਪਤਲਾ ਜਿਹਾ ਗਾਤਰਾ, ਉੱਤੋਂ ਦੀ ਉਹਨਾਂ ਪਾਇਆ ਹੈ ਕੁੜਤੇ ਤੇ ਚਿੱਟਾ ਕੁੜਤਾ ਪਜਾਮਾ, ਚਿੱਟੀ ਪੱਗ, ਐਡਾ ਸਾਦਾ ਜੀਵਨ। ਪਰ ਭਾਈ ਸਾਹਿਬ ਦੀ ਅਵਸਥਾ ਜਾਣਨ ਵਾਲੇ ਜਾਣਦੇ ਆ, ਨਾ ਕਹੀਏ ਕਈ ਵਾਰੀ ਕਈ ਗੱਲ ਬਹੁਤੀ ਹੋ ਜਾਂਦੀ ਆ, जब बहुत वड्डी गल हुंदी है तुहाडे तो छूटी रह जाती है। पर जानन वाले जानते हैं किहड़ी अवस्था दे मालक सन। श्रृंगार करन दा तां ही फायदा, महापुरखे गल्लां कहंदे, बाबा कल्ले भाई साहब भाई रंग सिंह तो नहीं सुनी मैं गल, एक गल इदां दी गल बिल्कुल बाबा हरनाम सिंह जी रामपुर खेड़े वाले भी आख्या करते सी। वो कहते गुरु ने सानू वरजिया है, गुरु कहंदे ने कामन तो श्रृंगार कर जां पहलां कंत मनाए। गुरु अमरदास जी का वचन है यह कि कामन ऐ औरत ऐ जीव इस्त्री तू तां श्रृंगार करी, पहला कंत नूं मना लै, किते ना होवे तू श्रृंगार करके बैठी रहे कंत मन्ने ही ना। पहला कंत नूं मना ला, पहला वाहिगुरू वाहिगुरू कर ला, पहला ओहदे वाली बन ला, गुरु वाली बन ला पहला अंदरों, फिर बाहरों श्रृंगार भी कर ली, बाणा फिर बाद की गल है। और गुरु नानक साहब के वेले पहला अंदरली गल आई, अंदर नाम आया, अंदर नाम का धन आया, फिर हौली हौली करके बाणा आया। और ये लिए एक दिन नहीं 230 वरियां का समा लगा, 1469 तो लैके 1499 तक बाणे तक पहुंचने के लिए। अंदर बाणी वसदी गई वसदी गई वसदी गई। हुण साडे की हो गया, साडे उल्ट हो गया, बाणा पहला धारण कर लेंगे, अंदर नाम की गल हुंदी नहीं। और ये गल गुरु नानक साहब ने आखी, गुरु अमरदास जी ने आखी, और ये गल पंजवें पातशाह गुरु अर्जन देव जी ने बहुत खुल के आखी, बहुत शब्दां च आखी है, कदे वार वार आखी गुरबाणी के अंदर। और फुणहे मल्ला पंजवां गुरु अर्जन देव की बाणी, वो च मैं ਉਹਦਾ शब्द एक फुणे का तुहाडे नाल साझा कर लेना। श्री गुरु ग्रंथ साहिब के अंग 1361 से शब्द है। सतगुरु कहते हैं गुरु अर्जन देव पातशाह, सखी काजल हार तंबोल सभे किस साजिया, 16 किए श्रृंगार के अंजन पाजिया, जे घर आवे कंत तो सब कुछ पाइए, हर हां कंते बाज श्रृंगार सब बिरथा जाइए। सतगुरु कहते सखी सारे तरह के काजल इकट्ठे कर लै, हार इकट्ठे कर लै, तंबोल इकट्ठे कर लै, 16 तरह के श्रृंगार कर लै, सारा कुछ करके रख लै, सारा कुछ इकट्ठा करके रख लै, अंजन सारा कुछ इकट्ठा करके रख लो। पर जे घर आवे कंत तां सब कुछ पाइए, तेरे कोल होवे बेशक सारा कुछ ही, पर श्रृंगार करन दा तां फायदा जे अंदर हिरदे आके कंत परमात्मा नाम उहदा वस गया होया आ। जे घर आवे कंत तां सब कुछ पाइए, हर हां कंते बाज श्रृंगार सब बिरथा जाइए। जे कंत तो दे मेल तो बिना, ओदी मेल तो बिना, ओदे वासे तो नाम दे वासे तो बिना बारी बारी श्रृंगार कर लै, ते कई बारी 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 श्रृंगार जिहड़े बारी बारी बाणे जिहड़े तुहानूं भी भुलेखे च पा दिंदे, दुनिया नूं भी भुलेखे च पा दिंदे, सारा कुछ बिरथा चल जांदा, अंदरला भी बाहरला भी। जिहड़े रस्ते ते तुसीं तुरना सी तुहाडे ते तुर नहीं हुंदा। बाणा जरूरी है, पर पहला बाणी अंदर वसी होवे, बाणी ते बाणे दे नाल अंदर सिख रहत वसी होवे, बाणी दे बाणे नाल तुहाडा सुभाਅ निर्मल होया होवे, बाणी दे बाणे नाल तुहाडे कोल सच सच ते खड़े होण दी, सच कहण दी जिहड़ी तुहाडा कर्म है उदां दा बनिया होवे, फिर प्रमाण है सिख। सो कलगीधर पातशाह ने उचेचे तौर पर आख्या इन्हां 52 बचनां चों 46वें बचन दे विच कि स्वांगी नहीं बनना, दिखावे दा सिख नहीं बनना। तो जे कदे पुछीए आपां भाई देसा सिंह हजूरी रहतनामे वाले नूं, सतगुरु दे हजूरी कवि नूं, तो कहंदा राणी रहे सो ही सिख मेरा, ओ ठाकर मैं उसका चेरा, रहत बिना न सिख कहावे, रहत बिना दर चोटा खावे, रहत बिना सुख कबू ना लहे, तां ते रहत सो दृढ़ कर रहे। स्वांगी सिख नहीं बनना, रहत दे सिख बनना है, तां ही गुरु दे दर ते प्रवान होवांगे। इन्ने शब्दां दे नाल खिमा जाचना जी। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ।